ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਆਪਾਂ ਕਰਦੇ ਹਾਂ। ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾ। ਕਿ ਜਿਤਨੇ ਵੀ ਜੀ ਹਨ, ਭਾਵ ਜੋਤ, ਜਿਹੜੀ ਜਾਤ ਭਾਵ ਬਾਹਰਲੇ ਸਰੀਰ ਵਿੱਚ ਹੈ, ਜਿਵੇਂ ਪਾਣੀ ਵਿੱਚ ਰਹਿਣ ਵਾਲੇ ਜੀਵ, ਉੱਡਣ ਵਾਲੇ ਜੀਵ, ਧਰਤੀ ਤੇ ਚੱਲਣ ਵਾਲੇ ਜੀਵ, ਇਹ ਸਾਰੀਆਂ ਸ਼੍ਰੇਣੀਆਂ ਦੇ ਵੱਖ-ਵੱਖ ਰੰਗਾਂ ਕਰਕੇ ਉਹਨਾਂ ਦੇ ਨਾਮ ਵੀ ਹਨ। ਜਿੰਨੇ ਵੀ ਜੀਵ ਹਨ, ਸਾਰੇ ਹੀ ਹੁਕਮ ਵਿੱਚ ਹਨ। ਚਾਰ ਸ਼੍ਰੇਣੀਆਂ ਨੇ ਗੁਰਬਾਣੀ ਦੇ ਅੰਦਰ। ਪਾਤਸ਼ਾਹ ਨੇ ਆਖਿਆ, ਅੰਡਜ, ਜੇਰਜ, ਸੇਤਜ, ਉਤਪਜ। ਸੋ ਜਾਤ ਕਰਕੇ ਹੀ ਸਾਰਿਆਂ ਦੇ ਨਾਮ ਰੱਖੇ ਜਾਂਦੇ ਹਨ। ਸੋ ਜਿਹੜਾ ਜੀ ਹੈ, ਭਾਵ ਜੋਤ ਹੈ, ਉਹਦਾ ਕੋਈ ਨਾਮ ਨਹੀਂ ਹੈ, ਕਿਉਂਕਿ ਜਿਹੜੀ ਆਤਮਾ ਹੈ, ਉਹ ਪਰਮੇਸ਼ਰ ਦੀ ਅੰਸ਼ ਹੈ। ਸੋ ਗੁਰਬਾਣੀ ਦੇ ਅੰਦਰ ਆਤਮਾ ਦੇ ਲੈਵਲ ਤੇ ਹੀ ਜ਼ਿਆਦਾ ਗੱਲ ਕੀਤੀ ਗਈ ਹੈ, ਸਰੀਰ ਦੇ ਆਧਾਰ ਤੇ ਨਹੀਂ ਹੈ। ਇਸੇ ਕਰਕੇ ਦਸਵੇਂ ਪਾਤਸ਼ਾਹ ਵੀ ਕਹਿੰਦੇ ਹੈ, ਨਵਸਤੰ ਨਿਰਨਾਮੇ, ਨਵਸਤੰ ਆਨਾਮੇ, ਕਿ ਹੇ ਨਿਰਨਾਮੇ, ਭਾਵ ਨਾਮ ਤੋਂ ਰਹਿਤ ਤੈਨੂੰ ਨਮਸਕਾਰ ਹੈ। ਉਸ ਕੋਲ ਕੋਈ ਜਾਤ ਨਹੀਂ। ਸੋ ਇਹ ਵਿਸ਼ਾ ਜਿਹੜਾ ਬ੍ਰਹਮ ਦਾ, ਇਹ ਬਹੁਤ ਹੀ ਅਤੀ ਜ਼ਰੂਰੀ ਹੈ, ਵਿਚਾਰਨਯੋਗ ਹੈ। ਕਿ ਸਾਡੇ ਅੰਦਰਲੀ ਜਿਹੜੀ ਜੋਤ ਹੈ, ਜੀਵੀ, ਤਾਂ ਉਸੇ ਹੀ ਰਾਮ ਦੀ ਇੱਕ ਅੰਸ਼ ਹੈ। ਫਿਰ ਇਸ ਦਾ ਜਿਹੜਾ ਨਾਮ ਹੈ, ਉਹ ਵੀ ਨਹੀਂ ਹੁੰਦਾ। ਜਿਵੇਂ ਪਰਮੇਸ਼ਰ ਦਾ ਵੀ ਕੋਈ ਨਾਮ ਨਹੀਂ, ਤੇ ਜੋਤ ਦਾ ਵੀ ਕੋਈ ਨਾਮ ਨਹੀਂ। ਸੋ ਅਸੀਂ ਵੀ ਨਾਮ ਸਰੀਰ ਵਾਲਾ ਹੀ ਲੈਂਦੇ ਹਾਂ। ਜੋ ਸਾਡਾ ਬਾਹਰਲਾ ਸਰੀਰ ਹੈ, ਜਿਵੇਂ ਇਹਦਾ ਨਾਮ ਰੱਖਿਆ ਹੋਇਆ, ਇਸੇ ਤਰ੍ਹਾਂ ਹੀ ਅਸੀਂ ਪਰਮੇਸ਼ਰ ਦਾ ਵੀ ਨਾਮ ਰੱਖ ਲਿਆ, ਕਿਉਂਕਿ ਅਸੀਂ ਪਰਮੇਸ਼ਰ ਨੂੰ ਵੀ ਦੇਹਧਾਰੀ ਹੀ ਮੰਨਦੇ ਹਾਂ। ਤਾਂ ਹੀ ਨਾਮ ਰੱਖਿਆ ਜਾਂਦਾ ਨਾ। ਜੋਤ ਦਾ ਤਾਂ ਕੋਈ ਨਾਂ ਹੀ ਨਹੀਂ। ਜੇ ਜੋਤ ਦਾ ਨਾਮ ਹੁੰਦਾ ਤਾਂ ਗੁਰਬਾਣੀ 'ਚ ਦਰਜ ਹੁੰਦਾ। ਗੁਰਬਾਣੀ 'ਚ ਕਿਤੇ ਵੀ ਜੋਤ ਦੇ ਨਾਮ ਦੀ ਗੱਲ ਨਹੀਂ ਕੀਤੀ ਗਈ। ਫਿਰ ਸਵਾਲ ਇਹ ਵੀ ਪੈਦਾ ਹੋ ਜਾਂਦਾ ਵੀ ਗੁਰਬਾਣੀ ਜਿਹੜਾ ਨਾਮ ਸ਼ਬਦ ਆਉਂਦਾ ਹੈ, ਉਹਦਾ ਕੀ ਭਾਵ ਹੈ। ਬਾਰ-ਬਾਰ ਗੁਰਬਾਣੀ ਦੇ ਅੰਦਰ ਵੀ ਆਉਂਦਾ, ਨਾਮ ਜਪੋ ਜਾਂ ਸਤਨਾਮ। ਸੋ ਇੱਕ ਬੜਾ ਬਰੀਕੀ ਦਾ ਵਿਸ਼ਾ ਹੈ। ਸੋ ਇਹਨੂੰ ਵਿਚਾਰਨਾ ਪੈਣਾ। ਸੋ ਜਿੰਨਾ ਚਿਰ ਅਸੀਂ ਇਹਦੀ ਵਿਚਾਰ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਫਿਰ ਪ੍ਰਾਪਤੀ ਵੀ ਕੁਛ ਨਹੀਂ ਹੁੰਦੀ। ਸੋ ਆਤਮਾ ਸਾਰਿਆਂ ਦੀ ਇੱਕਸਾਰ ਹੈ, ਜੋਤ ਸਭ ਦੇ ਅੰਦਰ ਹੈ। ਹਾਂ, ਇੰਨਾ ਕੁ ਜ਼ਰੂਰ ਫਰਕ ਹੈ ਕਿ ਕਿਸੇ ਦੀ ਜੋਤ ਦੇ ਅੰਦਰ ਸੋਝੀ ਘੱਟ ਹੈ, ਕਿਸੇ ਕੋਲ ਵੱਧ ਹੈ। ਜਾਂ ਇੰਝ ਕਹਿ ਲਓ ਵੀ ਕਿਸੇ ਕੋਲ ਗਿਆਨ ਵੱਧ ਹੈ, ਕਿਸੇ ਕੋਲ ਘੱਟ ਹੈ। ਸੋ ਜੋਤ ਹੈ ਜਿਹੜੀ, ਜਿਵੇਂ ਇੱਕ ਜੋਤ ਗੁਰੂ ਨਾਨਕ ਸਾਹਿਬ ਦੇ ਹਿਰਦੇ ਦੇ ਅੰਦਰ ਵੀ ਉਹੀ ਸੀ ਜੋਤ, ਤੇ ਜੋਤ ਦੂਸਰੇ ਪਾਤਸ਼ਾਹ ਦੇ ਹਿਰਦੇ 'ਚ ਵੀ ਹੈ। ਆਤਮਾ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਵੀ ਹੈ, ਤੇ ਆਤਮਾ ਦੂਜੇ ਪਾਤਸ਼ਾਹ ਦੇ ਹਿਰਦੇ 'ਚ ਵੀ ਹੈ। ਹਰ ਇੱਕ ਦੀ ਆਪੋ ਆਪਣੀ ਜੋਤ ਆ, ਆਪੋ ਆਪਣਾ ਸਰੀਰ ਹੈ ਬਾਹਰਲਾ। ਜਦੋਂ ਦੋਨਾਂ ਦੀ ਜੋਤ ਨਾਲ ਜੋਤ ਰਲੀ, ਭਾਵ ਕਿ ਦੋਨਾਂ ਦਾ ਜਿਹੜਾ ਸੁਗਿਆਨ ਇੱਕ ਹੋਇਆ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਜਦੋਂ ਆਤਮਾ ਪ੍ਰਾਤਮਾ ਇੱਕ ਹੋਈਆਂ ਤਾਂ ਉਹ ਸੰਪੂਰਨ ਹੋ ਗਿਆ, ਬ੍ਰਹਮ ਪੂਰਾ ਹੋ ਗਿਆ, ਪੂਰੀ ਸੋਝੀ ਉਹਦੇ ਕੋਲ।
ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਵੀ ਪੂਰੀ ਸੋਝੀ ਹੈ। ਜਦੋਂ ਦੂਸਰੇ ਪਾਤਸ਼ਾਹ ਉਹਨਾਂ ਦੇ ਹਿਰਦੇ 'ਚ ਪੂਰੀ ਸੋਝੀ ਆਈ, ਉਹ ਵੀ ਗੁਰੂ ਅੰਗਦ ਬਣ ਗਏ, ਉਹ ਵੀ ਉਸੇ ਇੱਕ ਦਾ ਅੰਗ ਬਣ ਗਏ, ਉਸੇ ਹੁਕਮ ਦਾ ਅੰਗ ਉਹ ਬਣ ਗਏ। ਸੋ ਜਿੰਨਾ ਹੀ ਸੁਗਿਆਨ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਹੈ, ਉਨਾ ਹੀ ਦੂਸਰੇ ਪਾਤਸ਼ਾਹ ਦੇ। ਇਹ ਨਹੀਂ ਹੁੰਦਾ ਜਿਵੇਂ ਆਮ ਕਹਿ ਦਿੰਦੇ ਆ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਉਹਨਾਂ ਦੇ ਅੰਦਰ ਟਿਕਾਤੀ। ਠੀਕ ਹੈ, ਉਹ ਜੋਤ ਆਤਮਾ ਨਹੀਂ ਟਿਕਾਈ, ਜੋਤ ਦਾ ਗਿਆਨ ਹੈ ਉਹਨਾਂ ਦੇ ਕੋਲ, ਜੋਤ ਤਾਂ ਉਹਨਾਂ ਦੇ ਅੰਦਰ ਹੈਗੀ ਉਹ ਹੈਗੀ ਹੈ। ਉਹਨਾਂ ਨੂੰ ਉਨਾ ਸੁਗਿਆਨ ਹੋ ਗਿਆ, ਉਹ ਹੈ ਜੋਤ ਦਾ ਟਿਕ ਜਾਣਾ। ਜਿਵੇਂ ਸਾਨੂੰ ਭੁੱਖ ਲੱਗੀ ਆ, ਅਸੀਂ ਕੋਈ ਖਾਣਾ ਖਾ ਲਿਆ ਤੇ ਸਾਡਾ ਮਨ ਟਿਕ ਜਾਂਦਾ, ਸਰੀਰ ਟਿਕ ਜਾਂਦਾ। ਇਸੇ ਤਰ੍ਹਾਂ ਜਦੋਂ ਦੂਸਰੇ ਪਾਤਸ਼ਾਹ ਦੇ ਹਿਰਦੇ ਦੇ ਅੰਦਰ ਉਹ ਸੁਗਿਆਨ ਪੈਦਾ ਹੋ ਗਿਆ, ਮਨ ਉਹਨਾਂ ਦਾ ਵੀ ਟਿਕ ਗਿਆ, ਮਨ ਤੇ ਚਿੱਤ ਇੱਕ ਹੋ ਗਏ। ਸੋ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਪ੍ਰਚਲਿਤ ਵਿਚਾਰਧਾਰਾ ਕਰ ਦਿੱਤੀਆਂ ਕਿ ਜੀ ਉਹਨਾਂ ਦੀ ਜੋਤ ਉਹਨਾਂ ਦੇ ਅੰਦਰ ਚਲੇ ਗਈ, ਫਿਰ ਉਹਨਾਂ ਕੋਲ ਪਹਿਲਾਂ ਸਰੀਰ ਤਾਂ ਹੈਗਾ ਹੀ ਸੀਗਾ, ਫਿਰ ਉਹਨਾਂ ਕੋਲ ਜੋਤ ਤੋਂ ਬਿਨਾਂ ਹੀ ਸਰੀਰ ਤੁਰਿਆ ਫਿਰਦਾ। ਸੋ ਜਦੋਂ ਲਹਿਣਾ ਜੀ ਦੀ ਸਮਝ ਭਾਵ ਗਿਆਨ ਬੁੱਧ ਵੱਲ ਗੁਰੂ ਨਾਨਕ ਜਿੰਨਾ ਹੋ ਗਿਆ, ਉਹ ਵੀ ਨਾਨਕੀ ਬਣ ਗਿਆ। ਜਿਵੇਂ ਮੰਨ ਲਓ ਵੀ ਦੋ ਬੱਲਬ ਨੇ, ਸੋ ਦੋਨੇ 100-100 ਵਾਟ ਦੇ ਆ, ਹੁਣ ਦੋਨੇ ਬਰਾਬਰੀ ਨੇ, ਤੇ ਦੋਨਾਂ 'ਚ ਜਿਹੜਾ ਮਰਜ਼ੀ ਜਗਾ ਲਓ ਤੇ ਦੋਨਾਂ 'ਚੋਂ ਰੌਸ਼ਨੀ ਤਾਂ ਫਿਰ ਇੱਕੋ ਜਿਹੀ ਮਿਲੂਗੀ ਨਾ, ਇੱਕੋ ਜਿਹੀ ਗੱਲ ਹੋਵੇਗੀ। ਇਹ ਤਾਂ ਹੈ ਨਹੀਂ ਵੀ ਦੋਨੇ ਬਲਬ 100 ਵਾਟ ਦੇ, ਇੱਕ ਦੇ ਵਿੱਚੋਂ 60 ਵਾਟ ਦੀ ਲਾਈਟ ਨਿਕਲੇ, ਇੱਕ 'ਚੋਂ 100 ਦੀ ਨਿਕਲੇ। ਸੋ ਇਸ ਤਰ੍ਹਾਂ ਨਹੀਂ ਹੈ। ਸੋ ਇੱਕੋ ਜਿਹੀ ਰੋਸ਼ਨੀ ਹੋਵੇਗੀ ਦੋਨਾਂ ਦੇ ਅੰਦਰ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਸ ਵੇਲੇ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਹੈਗੇ, ਦੂਜੇ ਪਾਤਸ਼ਾਹ ਦੇ ਵੀ ਸਰੀਰ ਕਰਕੇ ਹੈਗੇ, ਦੋਨਾਂ ਦੇ ਹਿਰਦਿਆਂ 'ਚ ਸ਼ਬਦ ਗੁਰੂ ਪ੍ਰਗਟ ਹੈ। ਤੇ ਜ਼ਿੰਮੇਵਾਰੀ ਦੂਜੇ ਪਾਤਸ਼ਾਹ ਨੂੰ ਮਿਲ ਗਈ ਵੀ ਤੁਸੀਂ ਹੁਣ ਬੋਲੋ। ਜਦੋਂ ਉਹਨਾਂ ਨੇ ਉਸੇ ਸ਼ਬਦ ਗੁਰੂ ਦੇ ਅਨੁਸਾਰ ਹੋ ਕੇ ਇਸ ਭਵ ਸਾਗਰ ਦੇ ਅੰਦਰ ਉਪਦੇਸ਼ ਦੇਣਾ ਸ਼ੁਰੂ ਕੀਤਾ, ਉਸ ਵੇਲੇ ਤਾਂ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਹੈਗੇ ਸੀ, ਕੁਝ ਸਮਾਂ ਰਹੇ ਨੇ, ਉਸ ਤੋਂ ਬਾਅਦ ਸਰੀਰ ਉਹਨਾਂ ਨੇ ਆਪਣਾ ਤਿਆਗਿਆ। ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਦੂਜੇ ਪਾਤਸ਼ਾਹ ਵੀ ਹੈਗੇ ਹੀ ਆ। ਸੋ ਸਾਡੇ ਸਮਝਣ 'ਚ ਫਰਕ ਹੈ ਕਿ ਜਿਹੜੀ ਉਹਨਾਂ ਦੇ ਅੰਦਰ ਜੋਤ ਦਾ ਭਾਵ ਹੁੰਦਾ ਹੈ, ਆਤਮਾ ਤਾਂ ਉਹਨਾਂ ਦੇ ਅੰਦਰ ਵੀ ਉਹੀ ਹੈ, ਉਨਾ ਹੀ ਗਿਆਨ ਉਹਨਾਂ ਨੂੰ ਹੋ ਗਿਆ, ਉਹੀ ਵਸਤੂ ਉਹਨਾਂ ਦੇ ਹਿਰਦੇ 'ਚ ਪ੍ਰਗਟ ਕਰ ਲਈ ਉਹਨਾਂ ਨੇ। ਪਰ ਸਾਡੇ ਕੁਝ ਹੋਰ ਤਰੀਕੇ ਨਾਲ ਪ੍ਰਚਲਿਤ ਹੋ ਜਾਂਦੀਆਂ ਨੇ ਗੱਲਾਂ। ਸੋ ਉਹਨਾਂ ਪ੍ਰਚਲਿਤ ਗੱਲਾਂ ਨੂੰ ਅਸੀਂ ਬਹੁਤ ਛੇਤੀ ਪਕੜ 'ਚ ਲੈ ਲੈਂਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਨੂੰ ਸਰੀਰ ਹੀ ਸਮਝਦੇ ਹੁੰਦੇ ਹਾਂ। ਸੋ ਅਸੀਂ ਵੀ ਨਾਮ ਸਰੀਰ ਵਾਲਾ ਹੀ ਲੈਂਦੇ ਹਾਂ। ਉਹ ਵੀ ਜੋ ਜਦੋਂ ਭਗਤ ਸਾਹਿਬਾਨ ਸੀ ਉਹਨਾਂ ਨੇ ਬਦਲਤਾ ਸੀ। ਇਹ ਸਭ ਤੋਂ ਪਹਿਲਾਂ ਕਬੀਰ ਸਾਹਿਬ ਨੇ ਖੇਡ ਵਰਤਾਈ ਹੈ। ਹੁਣ ਕਬੀਰ ਸਾਹਿਬ ਕਹਿੰਦੇ ਆ, ਕਬੀਰਾ ਤੂੰ ਹੀ ਕਬੀਰ ਤੂੰ, ਤੇਰਾ ਨਾਉ ਕਬੀਰ। ਹੁਣ ਇਹ ਕਿਹਨੂੰ ਕਹਿੰਦੇ? ਜਦ ਕਿ ਬਾਹਰਲੀ ਜਿਹੜਾ ਸਰੀਰ ਹੈ ਉਹਦਾ ਨਾਂ ਲੋਕਾਂ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਬੀਰ ਰੱਖਿਆ। ਪਰ ਜਦੋਂ ਕਬੀਰ ਸਾਹਿਬ ਨੂੰ ਪਤਾ ਲੱਗ ਗਿਆ, ਸ਼ਬਦ ਗੁਰੂ ਹਿਰਦੇ 'ਚੋਂ ਪ੍ਰਗਟ ਹੋ ਗਿਆ ਵੀ ਕਬੀਰ ਤਾਂ ਮੇਰਾ ਗੁਰੂ ਹੈ। ਕਬੀਰ ਦਾ ਅਰਥ ਹੁੰਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਵੱਡਾ, ਤੇ ਸਭ ਤੋਂ ਵੱਡਾ ਤਾਂ ਸਤਿਗੁਰੂ ਹੀ ਹੈ, ਹੋਰ ਤਾਂ ਕੋਈ ਵੱਡਾ ਹੀ ਨਹੀਂ ਭਵ ਸਾਗਰ ਦੇ ਅੰਦਰ। ਰਾਮ ਰਤਨ ਤੋਂ ਪਾਈਐ ਪਹਿਲੇ ਤਜੈ ਸਰੀਰ। ਪਰ ਉਹਨਾਂ ਨੂੰ ਇਹ ਪ੍ਰਾਪਤੀ ਉਦੋਂ ਹੋਈ, ਰਾਮ ਦਾ ਜਿਹੜਾ ਰਤਨ ਹੈ ਸੋਝੀ ਉਦੋਂ ਆਈ, ਸ਼ਬਦ ਗੁਰੂ ਉਦੋਂ ਪ੍ਰਗਟ ਹੋਇਆ ਪਹਿਲੇ ਤਜੇ, ਜਦੋਂ ਉਹਨਾਂ ਨੇ ਪਹਿਲਾਂ ਸਰੀਰ ਦਾ ਮੋਹ ਛੱਡਿਆ, ਜਦੋਂ ਕਾਚੀ ਭੀਤ ਛੱਡੀ ਉਹਨਾਂ ਨੇ, ਫਿਰ ਸੱਚੀ ਭੀਤ ਦਾ ਪਤਾ ਲੱਗਿਆ ਵੀ ਅਸਲੀ ਚੀਜ਼ ਕੀ ਹੈ, ਅਸਲੀ ਵਸਤੂ ਕੀ ਹੈ। ਸੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਜੀ ਨੇ, ਹੁਣ ਸਾਡੀ ਦ੍ਰਿਸ਼ਟੀ ਦੇ ਵਿੱਚੋਂ ਨਾਨਕ ਜੀ ਸਰੀਰ ਹੈ, ਨਾਨਕ ਜੀ
ਸਰੀਰ ਨੇ, ਦੂਜੇ ਪਾਤਸ਼ਾਹ ਵੀ ਸਰੀਰ ਨੇ, ਤੀਜੇ ਚੌਥੇ ਪੰਜ, ਤਾਂ ਹੀ ਅਸੀਂ ਉਹਨਾਂ ਦੀ ਗਿਣਤੀ ਕਰਦੇ ਹਾਂ, ਪਹਿਲੇ ਪਾਤਸ਼ਾਹ, ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ। ਉਹ ਸਰੀਰ ਦੀ ਗਿਣਤੀ ਨਹੀਂ ਕਰਦੇ। ਉੱਥੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਸਰੀਰ ਨੂੰ ਨਹੀਂ ਕਹਿੰਦੇ, ਪਰ ਸਾਡੇ ਪ੍ਰਚਲਿਤ ਜ਼ਰੂਰ ਕਰਤਾ ਕਿ ਜਦੋਂ ਗੁਰੂ ਨਾਨਕ ਸਾਹਿਬ ਇੱਕ ਹੋ ਗਏ, ਉਹਨਾਂ ਨੇ ਮਹੱਲਾ, ਕਿ ਜਿਹੜਾ ਸਾਡੇ ਅੰਦਰ ਇੱਕ ਹੋਣ ਵਾਸਤੇ ਮਹਿਲ ਦੇ ਅੰਦਰ ਸੁੱਤਾ ਪਿਆ, ਸਾਡਾ ਜਿਹੜਾ ਮੂਲ ਹੈ, ਉਹਨੂੰ ਜਗਾਉਣ ਵਾਸਤੇ ਆਵਾਜ਼ ਦਿੱਤੀ ਹੈ। ਜਿਵੇਂ ਚੌਂਕੀਦਾਰ ਆਵਾਜ਼ ਦਿੰਦਾ ਹੈ ਵੀ ਜਾਗਦੇ ਰਹੋ। ਹੁਣ ਸਵਾਲ ਇਹ ਹੋ ਜਾਂਦਾ ਵੀ ਚੌਂਕੀਦਾਰ ਫਿਰ ਕਾਹਦੇ ਵਾਸਤੇ ਰੱਖਿਆ ਹੋਇਆ? ਜੇ ਘਰ ਵਿੱਚ ਰਹਿਣ ਵਾਲੇ ਨਹੀਂ ਜਾਗਦੇ ਰਹਿਣਾ, ਫਿਰ ਚੌਂਕੀਦਾਰ ਨੂੰ ਤਾਂ ਰੱਖਣ ਦੀ ਕੋਈ ਲੋੜ ਨਹੀਂ। ਚੌਂਕੀਦਾਰ ਤਾਂ ਇਸੇ ਕਰਕੇ ਰੱਖਿਆ ਜਾਂਦਾ ਵੀ ਅਸੀਂ ਆਰਾਮ ਨਾਲ ਸੌਈਏ ਤੇ ਤੂੰ ਪਹਿਰਾ ਦੇ, ਪਰ ਉਹ ਆਵਾਜ਼ ਦਿੰਦਾ ਫਿਰਦਾ ਬੀਹਾਂ ਦੇ ਵਿੱਚ ਕਿ ਭਾਈ ਜਾਗਦੇ ਰਹੋ। ਕਮਾਲ ਦੀ ਗੱਲ ਹੈ, ਕਦੇ ਵਿਚਾਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਜਿਹੜੇ ਭਗਤ ਸਾਹਿਬ ਹੰਲੇ ਸੀ, ਇਹਨਾਂ ਨੇ ਸਾਨੂੰ ਕਿਹਾ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਹੇ ਗਾਫਲ ਸੋਇਆ, ਵੀ ਤੁਸੀਂ ਕਿਉਂ ਸੁੱਤੇ ਪਏ, ਜਾਗੋ। ਉਹ ਮਹੱਲੇ ਚੋਂ ਬੋਲਦੇ ਆ, ਮਹਿਲ ਚੋਂ ਆਵਾਜ਼ ਆਉਂਦੀ ਹੈ, ਸੱਚਖੰਡ ਚੋਂ ਆਵਾਜ਼ ਆਈ, ਪਾਤਸ਼ਾਹ ਦੇ ਹਿਰਦੇ ਦੇ ਅੰਦਰ ਬਾਣੀ ਪ੍ਰਗਟ ਹੋਈ। ਉਹਨਾਂ ਕੋਲ ਸਰੀਰ ਸੀਗਾ, ਸਰੀਰ ਦੇ ਦੁਆਰਾ ਬੋਲੇ ਵੀ ਇਹਨਾਂ ਦੇ ਮਨਾਂ ਨੂੰ ਜਗਾ, ਇਹਨਾਂ ਦੇ ਅੰਦਰ ਵਿਗਾਸ ਪੈਦਾ ਕਰ, ਇਹਨਾਂ ਨੂੰ ਸੱਚ ਦੀ ਸੋਝੀ ਆਵੇ। ਪਰ ਅਸੀਂ ਕੀ ਕਰ ਲਿਆ? ਅਸੀਂ ਉਹ ਚੀਜ਼ ਛੱਡਤੀ। ਅਸੀਂ ਉਹਨਾਂ ਦਾ ਜਿਹੜਾ ਬਾਹਰਲਾ ਸਰੀਰ ਸੀਗਾ ਉਹ ਫੜ ਲਿਆ। ਸਾਡੀ ਸੁਰਤ ਦੇ ਵਿੱਚ ਉਹਨਾਂ ਦੀ ਬਾਹਰਲੀ ਬਾਡੀ ਵਸ ਗਈ। ਜਿਵੇਂ ਸਾਡਾ ਆਪਣਾ ਸਰੀਰ ਹੈ, ਇਹੀ ਜਿਹਾ ਸਰੀਰ ਉਹਨਾਂ ਦੇ ਕੋਲ ਸੀਗਾ। ਉਹ ਸਾਡੀ ਸੁਰਤ 'ਚ ਐਸਾ ਵਸ ਗਿਆ, ਅਸੀਂ ਹੁਣ ਉਹਨੂੰ ਕੱਢ ਨਹੀਂ ਸਕਦੇ। ਤਾਂ ਹੀ ਤਾਂ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਫਿਰ ਜਿੰਨਾ ਚਿਰ ਤੁਸੀਂ ਉਹ ਸਰੀਰ ਨੂੰ ਆਪਣੀ ਸੁਰਤ 'ਚੋਂ ਨਹੀਂ ਕੱਢਦੇ, ਉਨਾ ਚਿਰ ਤੁਹਾਨੂੰ ਰਾਮ ਰਤਨ ਨਹੀਂ ਪ੍ਰਾਪਤ ਹੋਊਗਾ। ਉਨਾ ਚਿਰ ਰਾਮ ਰਤਨ ਤੋਂ ਵਾਂਝੇ ਰਹੋਗੇ, ਕਿਉਂਕਿ ਫਿਰ ਤੁਸੀਂ ਆਪਣੇ ਸਵੈਮ, ਆਪਣੇ ਆਪ ਨੂੰ ਤਾਂ ਵਿਚਾਰਨਾ ਹੀ ਨਹੀਂ, ਤੁਸੀਂ ਆਪਣੇ ਆਪ ਦੀ ਤਾਂ ਖੋਜ ਕਰਨੀ ਨਹੀਂ, ਆਪਣੇ ਆਪ ਦਾ ਧਿਆਨ ਕਰਨਾ ਹੀ ਨਹੀਂ। ਫਿਰ ਤੁਸੀਂ ਦੂਸਰੇ ਦੇ ਧਿਆਨ 'ਚ ਰਹੋਗੇ, ਉਹ ਵੀ ਉਹਨਾਂ ਦੀ ਬਾਹਰਲੀ ਬਾਡੀ ਦਾ। ਜਦ ਕਿ ਧਿਆਨ ਕਰਨਾ ਸੀ ਧੁਨ 'ਚ, ਜਿਹੜਾ ਉਹਨਾਂ ਨੇ ਸਾਨੂੰ ਬਚਨ ਦਿੱਤੇ ਹੋਏ ਆ, ਸਾਨੂੰ ਗੁਰਬਾਣੀ ਦਿੱਤੀ ਹੈ। ਅਸੀਂ ਗੁਰਬਾਣੀ 'ਚ ਧਿਆਨ ਰੱਖਣਾ ਕਿ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ। ਗੁਰਬਾਣੀ ਤੋਂ ਸੋਝੀ ਲੈ ਕੇ ਫਿਰ ਅਸੀਂ ਮਨ 'ਚ ਧਿਆਨ ਰੱਖਣਾ ਕਿ ਮਨ ਸਾਡਾ ਗੁਰਬਾਣੀ ਅਨੁਸਾਰ ਚੱਲੇ। ਜੇ ਬਾਹਰਲੇ ਸਰੀਰ ਦਾ ਧਿਆਨ ਕਰਕੇ ਪ੍ਰਾਪਤੀ ਹੁੰਦੀ ਤਾਂ ਫਿਰ ਦੂਜੇ ਪਾਤਸ਼ਾਹ ਨੂੰ ਲੋੜ ਨਹੀਂ ਸੀ ਗੁਰਬਾਣੀ ਲਿਖਣ ਦੀ। ਫਿਰ ਤਾਂ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੂੰ ਕਿੰਨਿਆਂ ਨੇ ਦੇਖਿਆ ਹੋਣਾ ਵੀ ਸਭ ਨੂੰ ਪ੍ਰਾਪਤੀ ਹੋਣੀ ਜ਼ਰੂਰੀ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੀਤਾ ਜਗਤ ਸੰਸਾਰ। ਕਹਿੰਦੇ ਸਾਰਾ ਸੰਸਾਰ ਹੀ ਦੇਖਦਾ ਸਤਿਗੁਰ ਨੂੰ। ਹੁਣ ਸਤਿਗੁਰ ਦਾ ਸਾਡੇ ਹਿਰਦੇ 'ਚ ਵੀ ਹੈ, ਅਸੀਂ ਵੇਖਦੇ ਹੀ ਹਾਂ। ਡਿੱਠਿਆਂ ਮੁਕਤ ਨਾ ਹੋ ਬਈ, ਕਿਤੇ ਦੇਖਣ ਨਾਲ ਨਹੀਂ ਗੱਲ ਬਣਦੀ। ਜਿੱਚਰ ਸ਼ਬਦ ਨਾ ਕਰੇ ਵਿਚਾਰ, ਕਹਿੰਦੇ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਨਾ ਕਰਦਾ, ਉਨਾ ਚਿਰ ਪਾਤਸ਼ਾਹ ਕਹਿੰਦੇ ਗੱਲ ਨਹੀਂ ਬਣਨੀ। ਮਤਾ ਇਸ ਭਰਮ 'ਚ ਰਹੋ, ਇਹ ਭਰਮ ਤੁਹਾਨੂੰ ਲੈ ਕੇ ਡੁੱਬ ਜਾਊਗਾ। ਔਰ ਇਸੇ ਭਰਮ ਦੇ ਸਦਕਾ ਹੀ ਪਹਿਲਾਂ ਦੁਨੀਆ ਡੁੱਬਦੀ ਰਹੀ ਹੈ। ਇਹੀ ਤਾਂ ਗੱਲ ਸ੍ਰੀ ਕਬੀਰ ਸਾਹਿਬ ਜੀ ਨੇ ਵੀ ਕਿਹਾ, ਪਾਹਨ ਬੋਡੀ ਪ੍ਰਥਮੀ ਪੰਡਤ ਪਾੜੀ ਬਾਟ। ਪੰਡਤ ਨੇ ਇਹੀ ਤਾਂ ਬਾਟ ਪਾੜੀ ਸੀ। ਪਾਹਨ ਬੋਡੀ, ਉਹਨੇ ਪੱਥਰ ਨਾਲ ਜੋੜਤੇ, ਜੜ ਨਾਲ ਜੋੜਤਾ ਚੇਤਨ। ਇਹੀ ਬਾਟ ਉਹਨੇ ਪਾੜਤੀ। ਵੇਦ ਦੇ ਅੰਦਰ, ਗੁਰਬਾਣੀ ਦੇ ਅੰਦਰ ਗੱਲ ਚੇਤਨ ਦੀ ਕੀਤੀ ਗਈ ਹੈ, ਜੜ ਨੂੰ ਛੱਡਣ ਵਾਸਤੇ ਕਿਹਾ ਗਿਆ। ਪਰ ਇਹਨਾਂ ਲੋਕਾਂ ਨੇ ਕੀ ਕਰ ਲਿਆ? ਚੇਤਨ ਤੋਂ ਜੜ ਨੂੰ ਜੋੜਤਾ। ਜਦ ਕਿ ਚੇਤਨ ਨੇ ਜੜ ਨੂੰ ਛੱਡਣਾ ਸੀ, ਇਹਨਾਂ ਨੇ ਜੜ ਦੇ ਨਾਲ ਹੀ ਜੋੜਤਾ। ਬਾਹਰਲੇ ਸਰੀਰ ਨਾਲ ਜੋੜਤਾ, ਬਾਹਰਲੀ ਮੈਟਰ ਮਾਇਆ ਨਾਲ ਜੋੜਤਾ।
ਸਾਰਾ ਸਾਡਾ ਧਿਆਨ ਅੱਜ ਬਾਹਰ ਹੈ। ਜੇ ਅਸੀਂ ਜਿਹੜੇ ਅਭਿਆਸੀ ਲੋਕ ਕਰਦੇ ਆ, ਧਿਆਨ ਵੀ ਕਰਦੇ ਆ, ਜਦੋਂ ਉਹਨਾਂ ਨੂੰ ਪੁੱਛੇ ਵੀ ਤੁਸੀਂ ਧਿਆਨ ਕਿਹਦਾ ਕਰਦੇ ਹੋ, ਕਹਿੰਦੇ ਜੀ ਫਲਾਣੇ ਦਾ। ਉਹਨਾਂ ਚੋਂ ਕਈ ਵਿਅਕਤੀ ਇਹੋ ਜਿਹੇ ਵੀ ਮੈਂ ਸੁਣੇ ਜਿਹੜੇ ਕਹਿੰਦੇ ਜੀ ਇਸ ਤਾਂ ਜੋਤ ਦਾ ਧਿਆਨ ਕਰਦੇ ਆ, ਵੀ ਇੱਥੇ ਮੱਥੇ ਵਿੱਚ ਪ੍ਰਕਾਸ਼ ਹੁੰਦਾ ਹੈ, ਵੀ ਉਸ ਪ੍ਰਕਾਸ਼ ਦਾ ਧਿਆਨ ਕਰਦੇ ਆ। ਮੈਂ ਕਿਹਾ ਵੀ ਜਿਹੜਾ ਪ੍ਰਕਾਸ਼ ਹੈ ਇਹਦੇ ਲਈ ਤੁਸੀਂ ਕੋਈ ਐਫਰਟ ਕਰਦੇ ਹੋ, ਫਿਰ ਉਹ ਐਫਰਟ ਕਰਕੇ ਤੁਸੀਂ ਉਹ 'ਚ ਧਿਆਨ ਕਰਦੇ ਹੋ, ਉਹ ਤਾਂ ਤੁਹਾਡੇ ਸਰੀਰ ਦੀ ਕਿਰਿਆ ਹੈ, ਉਹ ਤਾਂ ਕੁਝ ਸਮੇਂ ਲਈ ਹੁੰਦੀ ਹੈ, ਜਦੋਂ ਤੁਸੀਂ ਛੱਡਦੇ ਨੇ ਫੇਰ ਨਹੀਂ ਹੁੰਦਾ। ਫਿਰ ਬਾਅਦ ਦੇ ਵਿੱਚ ਕਿਉਂ ਨਹੀਂ ਹੁੰਦਾ? ਫਿਰ ਜਿਹੜਾ ਪ੍ਰਕਾਸ਼ ਹੈ ਉਹ ਮਾਇਆ 'ਚ ਹੈ, ਪਰਮਾਰਥ ਦਾ ਜਿਹੜਾ ਧਿਆਨ ਹੈ ਉਹ ਪ੍ਰਗਾਸ ਹੈ ਜਾਂ ਵਿਗਾਸ ਹੈ। ਨਾਨਕ ਭਗਤਾਂ ਸਦਾ ਵਿਗਾਸ ਲਿਖਿਆ ਪਾਤਸ਼ਾਹ ਨੇ ਸ਼ਬਦ, ਕਿ ਹਰ ਵੇਲੇ ਸਦਾ ਇੱਕੋ ਹੀ ਅਵਸਥਾ ਰਹੇ, ਇਹ ਧਿਆਨ ਹੈ। ਹੁਣ ਜਦੋਂ ਅਸੀਂ ਜਿਵੇਂ ਮੰਨ ਲਓ ਗੱਡੀ ਚਲਾਉਂਦੇ ਹਾਂ, ਜੇ ਸਾਡਾ ਗੱਡੀ 'ਚ ਪੂਰਾ ਧਿਆਨ ਹੈ ਤੇ ਗੱਡੀ ਸਹੀ ਚੱਲਦੀ ਹੈ, ਫਿਰ ਭਾਵੇਂ ਅਸੀਂ ਗੱਲਾਂ ਵੀ ਕਰੀ ਚੱਲੀਏ, ਆਲਾ ਦਾਲਾ ਵੀ ਦੇਖੀ ਚੱਲੀਏ, ਪਰ ਸਾਡਾ ਜਿਹੜਾ ਅਸਲ ਧਿਆਨ ਜਿਹਨੂੰ ਕਹਿੰਦੇ ਆ ਉਹ ਗੱਡੀ 'ਚ ਹੈ। ਮੂਹਰਿਓਂ ਵੀ ਗੱਡੀਆਂ ਆਉਂਦੀਆਂ ਨੇ, ਪਿੱਛੋਂ ਵੀ ਆਉਂਦੀਆਂ ਨੇ, ਸਾਈਡਾਂ ਤੋਂ ਵੀ ਆਉਂਦੀਆਂ ਨੇ, ਅਸੀਂ ਹਰ ਇੱਕ ਗੱਡੀ ਤੋਂ ਬਚਾਉਂਦੇ ਚਲੇ ਜਾਂਦੇ, ਗੱਲਾਂ ਵੀ ਕਰਦੇ ਆ, ਸਾਰਾ ਕੁਝ ਕਰਦੇ ਆ, ਪਰ ਸਾਡਾ ਅਸਲ ਧਿਆਨ ਉੱਥੇ ਲੱਗਿਆ ਹੁੰਦਾ। ਉਸ ਵੇਲੇ ਤਾਂ ਅਸੀਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਸਾਡੀਆਂ, ਉਸ ਵੇਲੇ ਤਾਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ। ਪਰ ਜਿਹੜਾ ਪਰਮਾਰਥੀ, ਜਿਹੜੇ ਸੰਸਾਰੀ ਪਰਮਾਰਥੀ ਨੇ, ਵੈਸੇ ਉਹ ਪਰਮਾਰਥੀ ਨਹੀਂ, ਸੰਸਾਰੀ ਧਾਰਮਿਕ ਨੇ, ਉਹ ਇਹ ਤੋਂ ਉਲਟ ਚਲਾਉਂਦੇ ਆ ਧਿਆਨ ਦੀ ਪ੍ਰਕਿਰਿਆ। ਉਹ ਕਹਿੰਦੇ ਅੱਖਾਂ ਮੀਚ ਕੇ ਬੈਠੋ, ਇਕੱਲੇ ਹੋਵੋ ਸੰਸਾਰ ਤੋਂ, ਪਰੇ ਹੋ ਕੇ ਬੈਠੋ, ਫਿਰ ਧਿਆਨ ਕਰੋ। ਫਿਰ ਧਿਆਨ ਕਿਹਦਾ ਕਰੋਗੇ ਜੀ? ਧਿਆਨ ਪਰਮੇਸ਼ਰ ਦਾ ਕਰੋ। ਪਰਮੇਸ਼ਰ ਕਿੱਥੇ ਹੈ? ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਕਰੋ, ਗੁਰੂ ਨਾਨਕ ਸਾਹਿਬ ਕਿੱਥੇ ਹੈ? ਗੁਰਬਾਣੀ 'ਚ ਕਿਤੇ ਨਹੀਂ ਪਾਤਸ਼ਾਹ ਨੇ ਐਸਾ ਕੋਈ ਬਚਨ ਲਿਖਿਆ। ਗੁਰਬਾਣੀ 'ਚ ਸਿੱਧਾ ਲਿਖਿਆ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਸੁਣਿਆ ਲਾਗੈ ਸਹਿਜ ਧਿਆਨ, ਸੁਣੀ ਐ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਉਹ ਤੁਰ ਕੀ ਬਾਣੀ ਸੁਣੀ ਹੈ ਉਹ ਜਾਗੇ ਨੇ। ਜਦੋਂ ਜਾਗੇ ਨੇ, ਸਹਿਜ ਹੁੰਦਾ ਜਾਗਣਾ, ਲਾਗੈ ਧਿਆਨ, ਜਾਗਦੇ ਤੇ ਧਿਆਨ ਲੱਗੂ। ਸੁੱਤੇ ਪਏ ਦਾ ਕਾਹਦਾ ਧਿਆਨ ਆ? ਸੁੱਤੇ ਪਏ ਦਾ ਸੁਪਨਾ ਦੇਖਦਾ। ਸੁਪਨਾ ਕੀ ਹੈ? ਭਰਮ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਪਾਤਸ਼ਾਹ ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ, ਸੁੱਤੇ ਪਏ ਨੇ, ਸੁਪਨਾ ਦੇਖਦਾ, ਸੁਪਨੇ 'ਚ ਕਈ ਜਿਹਨੇ ਸਾਡਾ ਧਿਆਨ ਲੱਗਿਆ ਹੈ। ਧਿਆਨ ਨਹੀਂ ਹੈ, ਇਹ ਭਰਮ ਹੈ। ਸੋ ਵਿਚਾਰਨਾ ਪਵੇਗਾ। ਇਹ ਮੇਰੇ ਮਨਾ, ਤੈਨੂੰ ਆਪ ਵਿਚਾਰਨਾ ਪਊ ਜੇ ਤੂੰ ਇਸ ਭਾਵ ਸਾਗਰ ਚੋਂ ਨਿਕਲਣਾ। ਜੇ ਤੂੰ ਆਪਣੇ ਆਪ ਨੂੰ ਵਿਚਾਰਿਆ ਨਾ, ਇਹ ਤੇਰਾ ਬਹੁਤ ਬੁਰਾ ਹਾਲ ਹੈ। ਫਿਰ ਬਾਤ ਨਾ ਪੁੱਛੇ, ਕਿ ਉੱਥੇ ਕਿਸੇ ਨੇ ਬਾਤ ਨਹੀਂ ਪੁੱਛਣੀ, ਕਿਉਂਕਿ ਉਹਨਾਂ ਨੇ ਤੇਰੇ ਅੱਗੇ ਗੁਰਬਾਣੀ ਰੱਖਣੀ ਹੈ ਵੀ ਆਹ ਦੇਖ, ਅਸੀਂ ਤਾਂ ਆਹ ਲਿਖ ਕੇ ਆਏ ਗੁਰਬਾਣੀ 'ਚ, ਅਸੀਂ ਤਾਂ ਕਿਤੇ ਨਹੀਂ ਐਸਾ ਕੁਝ ਲਿਖਿਆ ਜਿਹੜਾ ਤੂੰ ਮੰਨੀ ਬੈਠਾ। ਆਹ ਬਚਨ ਸਾਡੇ ਅੱਗੇ ਆਊਗਾ, ਕਬੀਰਾ ਤੂੰ ਹੀ, ਕਬੀਰ ਤੂੰ, ਤੇਰਾ ਨਾਮ ਕਬੀਰ, ਹਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੈ ਸਰੀਰ। ਇਹ ਮੇਰੇ ਮਨਾ, ਪਹਿਲਾਂ ਜਿਹੜੀਆਂ ਸਰੀਰ ਕੀ ਹੈ, ਇੱਕ ਤਾਂ ਬਾਹਰਲਾ ਸਰੀਰ ਹੈ, ਉਹ ਤਾਂ ਐਸੇ ਕੱਪੜਾ ਹੈ। ਅਸਲੀ ਸਰੀਰ ਕੀ ਹੈ? ਜਿਹੜੀ ਸਾਡੀ ਮਾਇਆ ਦੀ ਭੁੱਖ ਹੈ, ਜਿਹੜੀ ਮਾਇਆ ਦੀ ਸੋਚ ਹੈ। ਅਸੀਂ ਮਾਇਆ ਦੀ ਸੋਚ, ਮਾਇਆ ਦੀ ਭੁੱਖ ਨੂੰ ਬਚਾਉਣਾ ਚਾਹੁੰਦੇ ਹਾਂ। ਸਾਨੂੰ ਭਰਮ ਵੈਸੇ ਇਸ ਲਈ ਵੀ ਇਹ ਸਰੀਰ ਨੂੰ ਬਚਾਉਣਾ ਚਾਹੁੰਦੇ ਹਾਂ। ਅਸੀਂ ਅਸਲ ਵਿੱਚ ਇਹ ਸਰੀਰ ਨੂੰ ਨਹੀਂ ਬਚਾਉਣਾ ਚਾਹੁੰਦੇ, ਅਸੀਂ ਬਚਾਉਣਾ ਚਾਹੁੰਦੇ ਹਾਂ ਆਪਣੀ ਭੁੱਖ ਨੂੰ, ਆਪਣੀਆਂ ਇੱਛਾਵਾਂ ਨੂੰ। ਸਾਡੀ ਈਗੋ ਹੈ ਜਿਹੜੀ, ਉਹਨੂੰ ਅਸੀਂ ਬਚਾਉਣ ਲਈ ਸਾਰਾ ਕੁਝ ਕਰਦੇ ਹਾਂ। ਆਹ ਤਾਂ ਕੱਪੜਾ ਹੈ, ਇਹ ਤਾਂ ਬਦਲਦਾ ਰਹਿੰਦਾ। ਉਹਨੂੰ ਗੱਲ ਪਾਤਸ਼ਾਹ ਕਹਿੰਦੇ ਉਹ ਛੱਡ, ਆਪਣੀ ਇੱਛਾ ਛੱਡ, ਆਪਣੀ ਪਕੜ ਛੱਡ, ਮੇਰੇ ਤੇ ਗੱਲ ਰੱਖ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਕਹਿੰਦੇ ਮੇਰਾ ਹੋ, ਸਭ ਜੱਗ ਤੇਰਾ ਹੋਏ, ਕਹਿੰਦੇ ਫਿਰ ਤੇਰਾ ਸਾਰਾ ਜੱਗ ਹੀ ਹੈ, ਫਿਰ ਤੂੰ ਸਾਰੇ ਹਿਰਦੇ ਦਾ ਮਾਲਕ ਹੀ ਹੈ। ਪਰ ਇਹ ਉਹਦਾ ਬਣਦਾ ਨਹੀਂ ਹੈ। ਇਹਨੂੰ ਵੀ ਪਤਾ ਹੈ
ਕਿ ਜੇ ਮੈਂ ਉਹਦਾ ਬਣ ਗਿਆ ਤਾਂ ਮੈਂ ਨਹੀਂ ਰਹਿਣਾ, ਮੇਰੀ ਆਪਣੀ ਹੋਂਦ ਕੋਈ ਨਹੀਂ ਰਹਿਣੀ। ਇਹੀ ਇਹਨੂੰ ਸਭ ਤੋਂ ਵੱਡਾ ਭਰਮ ਹੈ। ਇਹਨੂੰ ਇਹ ਨਹੀਂ ਪਤਾ ਵੀ ਤੇਰੀ ਹੋਂਦ ਹੈ ਹੀ ਕੁਛ ਨਹੀਂ। ਪਾਣੀ ਦੇ ਬੁਲਬੁਲੇ ਦੀ ਕੀ ਹੋਂਦ ਹੁੰਦੀ ਹੈ? ਕੁਛ ਵੀ ਨਹੀਂ। ਪਰ ਹੁੰਦਾ ਬੁਲਬੁਲਾ ਪਾਣੀ ਤੋਂ ਉੱਤੇ। ਇਸੇ ਕਰਕੇ ਤੈਨੂੰ ਹੰਕਾਰ ਹੈ। ਇਹ ਮੇਰੇ ਮਨ, ਇਸੇ ਕਰਕੇ ਤੈਨੂੰ ਹੰਕਾਰ ਹੈ। ਸੋ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸ਼ਬਦ ਨਾਨਕ ਕਈ ਰੂਪਾਂ 'ਚ ਵਰਤਿਆ। ਜੇ ਤਾਂ ਹੁਣ ਉਹਨਾਂ ਦਾ ਨਾਨਕ ਸ਼ਬਦ ਉਹ ਵੀ ਆਪਣੇ ਆਪ ਨੂੰ ਸਰੀਰ ਹੀ ਮੰਨਦੇ, ਫਿਰ ਤਾਂ ਉਹ ਇੱਕੋ ਹੀ ਨਾਨਕ ਸ਼ਬਦ ਲਿਖਦੇ। ਜਦ ਕਿ ਉਹਨਾਂ ਨੇ ਸ਼ਬਦ ਨਾਨਕ ਵੀ ਵੱਖੋ ਵੱਖਰਾ ਲਿਖਿਆ। ਕਿਤੇ ਨਾਨਕ ਲਿਖਦੇ ਆ ਨੰਨੇ ਨੂੰ ਕੰਨਾ ਨੰਨਾ ਕੱਕਾ, ਕਿਤੇ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਕਿਤੇ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਕੰਨਾ, ਕਿਤੇ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ। ਫਿਰ ਇਹ ਤਾਂ ਅਰਥ ਹੀ ਕੁਛ ਬਣ ਜਾਂਦਾ। ਫਿਰ ਅੱਲਾ ਕੀ ਕਹੂਗਾ? ਜੇ ਆਪਾਂ ਵੀ ਸੰਸਾਰੀ ਤੌਰ 'ਤੇ ਆਪਣਾ ਨਾਂ ਲਿਖੀਏ, ਕਿਤੇ ਔਂਕੜ ਲਿਖ ਦਈਏ, ਕਿਤੇ ਸਿਹਾਰੀ ਪਾਈ ਚਲੀਏ, ਕਿਤੇ ਲਾਂ ਪਾ ਦਈਏ, ਕਿਤੇ ਕੰਨਾ ਪਾ ਦਈਏ, ਅਗਲਾ ਕਹਿੰਦਾ ਵੀ ਤੈਨੂੰ ਆਪਣਾ ਨਾਂ ਨਹੀਂ ਲਿਖਣਾ ਆਉਂਦਾ? ਵੀ ਹੁਣ ਤੂੰ ਇੱਥੇ ਕੰਨਾ ਪਾਈ ਜਾਂਦਾ, ਇੱਥੇ ਸਿਹਾਰੀ ਪਾਈ ਜਾਂਦਾ, ਇੱਥੇ ਔਂਕੜ ਪਾਈ ਜਾਂਦਾ, ਇੱਥੇ ਦਲੈਂਕੜ ਪਾਈ ਜਾਂਦਾ, ਵੀ ਇਹ ਕਿਹੜੇ ਹਿਸਾਬ ਨਾਲ ਹੈ? ਪਰ ਗੁਰਬਾਣੀ ਦੇ ਅੰਦਰ ਇਹ ਰੂਲ ਚੱਲਦਾ ਹੈ। ਅਸੀਂ ਕਦੇ ਵਿਚਾਰਿਆ ਨਹੀਂ ਹੈ ਕਿ ਪਾਤਸ਼ਾਹ ਨੇ ਇਹ ਕਿਉਂ ਚੇਂਜ ਕੀਤੀਆਂ ਹੋਈਆਂ ਗੱਲਾਂ ਨੇ। ਫਿਰ ਕਿਉਂ ਕਿਹਾ ਦੂਸਰੇ ਪਾਤਸ਼ਾਹ ਨੂੰ ਵੀ ਤੁਸੀਂ ਜਦੋਂ ਗੁਰਬਾਣੀ ਲਿਖਣੀ ਹੈ ਉਹ 'ਚ ਨਾਨਕ ਸ਼ਬਦ ਹੀ ਲਿਖਣਾ। ਤੇ ਜਦੋਂ ਸੱਤਾ ਤੇ ਬਲਵੰਡ ਜੀ ਪਾਤਸ਼ਾਹ ਗੁਰਬਾਣੀ ਲਿਖਦੇ ਆ, ਉਦੋਂ ਅੰਗਦ ਵੀ ਲਿਖਦੇ ਆ, ਉਹ ਲੈਣਾ ਵੀ ਲਿਖਦੇ ਆ, ਅਮਰਦਾਸ ਵੀ ਲਿਖਦੇ ਆ। ਪਰ ਉੱਥੇ ਜਿਹੜੇ ਉਹਨਾਂ ਦੇ ਸ਼ਬਦ ਵੀ ਲਿਖੇ, ਉਹਨਾਂ ਵਿੱਚ ਵੀ ਭੇਦ ਹੈ। ਇਸ ਸ਼ਬਦ ਭੇਦ ਨੂੰ ਇਹ ਮੇਰੇ ਮਨਾਂ ਜਾਣਨਾ ਬਹੁਤ ਜ਼ਰੂਰੀ ਹੈ। ਫਿਰ ਸੋਝੀ ਆਉਣੀ ਸ਼ੁਰੂ ਹੁੰਦੀ ਹੈ ਪਰਮਾਰਥ ਬਾਰੇ, ਵੀ ਉਹ ਪਾਤਸ਼ਾਹ ਲਿਖਣਾ ਤਾਂ ਕੁਝ ਹੋਰ ਚਾਹੁੰਦੇ, ਜਾਂ ਪਾਤਸ਼ਾਹ ਨੇ ਲਿਖਿਆ ਕੁਝ ਹੋਰ ਹੋਇਆ। ਇਹ ਮੇਰੇ ਮਨਾਂ ਤੇਰੀ ਸਮਝ ਨਹੀਂ ਆਇਆ। ਸੋ ਇਸ ਤਰੀਕੇ ਨਾਲ ਪਾਤਸ਼ਾਹ ਨੇ ਸ਼ਬਦ ਲਿਖੇ ਨੇ। ਭਾਵੇਂ ਇਹ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸਰੀਰ ਮੰਨਿਆ ਹੀ ਨਹੀਂ। ਉਹਨਾਂ ਨੇ ਨਹੀਂ ਮੰਨਿਆ ਸਰੀਰ, ਉਹਨੂੰ ਤਾਂ ਜੋਤ ਜਾਣਦੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਸ ਦਾ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣੋ, ਨਾ ਤਾਂ ਆਪਣਾ ਮੂਲ ਪਛਾਣਿਆ ਹੋਇਆ ਸੀ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਉਹਨਾਂ ਨੂੰ ਪਤਾ ਸੀਗਾ ਇਹ ਅੱਗੇ ਤੇ ਇਹਨੇ ਜਾਣਾ ਨਹੀਂ। ਜਿਹੜੀ ਵਸਤੂ ਨੇ ਸਾਡੇ ਨਾਲ ਜਾਣਾ ਹੀ ਨਹੀਂ, ਅਸੀਂ ਉਸ ਵਸਤੂ ਦਾ ਭਾਰ ਕਿਉਂ ਚੱਕੀਏ? ਫਿਰ ਅਸੀਂ ਉਹਦਾ ਖਿਆਲ ਕਿਉਂ ਰੱਖੀਏ? ਜਿਹੜੀ ਵਸਤੂ ਸਾਡੇ ਕੰਮ ਦੀ ਹੋਈ ਨਹੀਂ, ਉਹਨੂੰ ਅਸੀਂ ਚੱਕੀ ਫਿਰੀ ਚੱਲੀਏ, ਵਾਧੂ ਉਹਦਾ ਭਾਰ ਉਠਾਈਏ, ਤਾਂ ਫਿਰ ਮੂਰਖਤਾ ਹੀ ਹੋਈ ਹੈ। ਬਾਹਰਲੀ ਜਾਤ ਰੂਪੀ ਸਰੀਰ ਦੀ ਪਕੜ ਛੱਡਣੀ ਪੈਂਦੀ ਹੈ, ਤਾਂ ਅੰਦਰਲੇ ਸਰੀਰ ਦੀ ਸਮਝ ਗੁਰਬਾਣੀ ਤੋਂ ਆਉਂਦੀ ਹੈ। ਤੇ ਫਿਰ ਨਾਲ ਦੇ ਨਾਲ ਹੀ ਰਾਮ ਰਤਨ ਵੀ ਮਿਲਦਾ ਰਹਿੰਦਾ ਹੈ। ਸੋ ਇਸੇ ਕਰਕੇ ਭਗਤ ਸਾਹਿਬਾਨ ਸੰਸਾਰੀ ਸਰੀਰ ਨਾਲ ਨਹੀਂ ਜੁੜੇ। ਕੋਈ ਵੀ ਭਗਤ ਕਦੇ ਵੀ ਸੰਸਾਰੀ ਜਿਹੜਾ ਸਰੀਰ ਕੱਪੜਾ ਮਿਲਦਾ ਇਹਦੇ ਨਾਲ ਨਹੀਂ ਜੁੜਦਾ, ਤੇ ਨਾ ਹੀ ਉਹਨਾਂ ਨੇ ਕਿਸੇ ਨਾਲ ਆਪਣਾ ਕੋਈ ਰਿਸ਼ਤਾ ਰੱਖਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਸਾਰਾ ਕੁਝ। ਸਭ ਰਿਸ਼ਤੇ ਉਹਨਾਂ ਦੇ ਹੁਕਮ ਦੇ ਨਾਲ ਹੀ ਨੇ। ਉਹਨਾਂ ਨੇ ਹੁਕਮ ਨੂੰ ਹੀ ਸਾਰਾ ਕੁਝ ਮੰਨਿਆ, ਆਪਣੇ ਮੂਲ ਨੂੰ ਹੀ ਸਾਰਾ ਕੁਝ ਮੰਨਿਆ। ਜਿਵੇਂ ਪਾਤਸ਼ਾਹ ਕਹਿੰਦੇ ਹਰ ਜੀ ਮਾਤਾ ਹਰ ਜੀ ਪਿਤਾ, ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ। ਹੁਣ ਜੇ ਸੰਸਾਰੀ ਤੌਰ ਤੇ ਤੁਸੀਂ ਦੇਖੋਗੇ ਤਾਂ ਫਿਰ ਚੌਥੇ ਪਾਤਸ਼ਾਹ ਪਿਤਾ ਬਣਦੇ, ਪਰ ਉੱਥੇ ਤਾਂ ਉਹ ਕਹਿ ਨਹੀਂ ਰਹੇ ਵੀ ਮੇਰਾ ਪਿਤਾ ਰਾਮਦਾਸ ਜੀ ਹੈ। ਬੜੀ ਵਿਚਿੱਤਰ ਗੱਲ ਹੈ। ਜਦ ਕਿ ਉਹਨਾਂ ਨੇ ਐਸਾ ਕੁਛ ਨਹੀਂ ਵਰਤਿਆ। ਹੈ ਮੇਰੇ ਮਨਾ, ਫਿਰ ਤੈਨੂੰ ਵਰਤਣ ਦੀ ਆਗਿਆ ਕਿੱਥੋਂ ਮਿਲ ਗਈ? ਤਾਂ ਵਰਤ ਰਹੇ। ਸੋ ਸਾਰੇ ਰਿਸ਼ਤੇ ਉਹਨਾਂ ਦੇ ਹੁਕਮ ਨਾਲ ਨੇ, ਆਪਣੇ ਮੂਲ ਨਾਲ। ਹਰ ਜੀ ਮਾਤਾ ਹਰ ਜੀ ਪਿਤਾ, ਸੱਚ ਖਸਮ ਹਮਾਰਾ, ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ। ਸਾਰਾ ਕੁਛ ਪਾਤਸ਼ਾਹੀਆਂ ਦਾ ਜੋਤ ਦੇ ਲੈਵਲ ਤੇ ਗੱਲ ਹੈ। ਸੋ ਹੈ ਮੇਰੇ ਮਨਾ, ਤੈਨੂੰ ਵੀ ਇਹੀ ਉਪਦੇਸ਼ ਹੈ। ਮੰਨ ਲਵੇਂਗਾ ਤਾਂ ਪਾਰ ਨਿਸਤਾਰਾ ਹੋ ਜੂ, ਨਹੀਂ ਤਾਂ ਵੇ ਭਰਮ ਕਰਾਰਾ ਹੈ ਹੀ।
ਹਾਂ ਕਈ ਵਾਰੀ ਪ੍ਰਚਾਰ ਵੀ ਭਰਮ ਚ ਪਾਉਣ ਵਾਲਾ ਹੋ ਜਾਂਦਾ ਹੈ। ਸੋ ਅੱਜ ਸਾਡੇ ਕੋਲ ਗੁਰਬਾਣੀ ਹੈ, ਅਸੀਂ ਇਸ ਤੋਂ ਅਗਵਾਈ ਲੈਣੀ ਹੈ, ਜਾਂ ਜਿਨ੍ਹਾਂ ਕੋਲ ਇਹ ਮੱਤ ਪੂਰੀ ਹੋਵੇ, ਜਿਨ੍ਹਾਂ ਦੇ ਹਿਰਦੇ ਸ਼ਬਦ ਗੁਰੂ ਪ੍ਰਗਟ ਹੋਇਆ ਹੋਵੇ, ਉਹਨਾਂ ਨਾਲ ਸਾਂਝ ਵਿਚਾਰ ਕਰੀਏ ਤਾਂ ਜਿਹੜਾ ਜੀਵਨ ਆ ਉਹ ਜਿੱਤਿਆ ਜਾ ਸਕਦਾ ਹੈ। ਜੇ ਅਗਰ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਜੀਵਨ ਜਿੱਤਣਾ ਬਹੁਤ ਔਖਾ ਹੈ। ਸੋ ਪਾਤਸ਼ਾਹ ਕਹਿੰਦੇ ਜੀ ਜਾਤ ਰੰਗਾ ਕੇ ਨਾਮ। ਇੱਥੇ ਜਿੰਨੇ ਵੀ ਜੀ ਨੇ, ਜਾਤ ਨੇ, ਉਹਨਾਂ ਦੇ ਰੰਗ ਨੇ, ਉਹਨਾਂ ਦਾ ਨਾਮ ਸੰਸਾਰੀਆਂ ਨੇ ਰੱਖੇ ਹੋਏ ਨੇ। ਸੰਸਾਰੀ ਲੋਕ ਜੀ ਨੂੰ ਵੀ ਜਾਤ ਦਾ ਹੀ ਹਿੱਸਾ ਗਿਣਦੇ ਆ। ਇਸੇ ਕਰਕੇ ਉਹ ਜਿਹੜਾ ਜੀ ਹੈ, ਉਹ ਜੋਤ ਹੈ, ਜਿਹੜਾ ਉਹ ਸਰੀਰ ਧਾਰਦੀ ਹੈ, ਕੱਪੜਾ ਧਾਰਦੀ ਹੈ, ਉਹਦੇ ਨਾਮ ਦੇ, ਉਹਦੇ ਰੰਗਾਂ ਨਾਲ ਹੀ ਉਹਨੂੰ ਸੰਬੋਧਨ ਕਰੀ ਜਾਂਦੇ ਆ, ਉਹਦੇ ਨਾਲ ਹੀ ਜੁੜ ਜਾਂਦੇ ਆ। ਇਹ ਜੋੜੇ ਕੀ ਨੇ? ਇਹ ਜਿਹੜੇ ਸੰਸਾਰੀ ਧਾਰਮਿਕ ਲੋਕ ਸੀ। ਜਿਹੜੇ ਨਿਰਾਕਾਰੀ ਧਾਰਮਿਕ ਲੋਕ ਨੇ, ਉਹ ਸੰਸਾਰੀ ਜਿਹੜਾ ਸਰੀਰ ਆ ਇਹਦੇ ਤੋਂ ਤੋੜਦੇ ਆ, ਉਹ ਜੋਤ ਨਾਲ ਜੋੜਦੇ ਆ। ਉਹ ਕਹਿੰਦੇ ਵੀ ਤੁਸੀਂ ਆਪਣੀ ਅੰਤਰਾਤਮਾ ਨੂੰ ਪਛਾਣੋ, ਤੁਸੀਂ ਜੋਤ ਸਰੂਪ ਹੋ। ਤੁਹਾਡੇ ਕੋਲ ਸਮਾਂ ਬਹੁਤ ਥੋੜਾ, ਪਰ ਉਹਨਾਂ ਦੀ ਜਿਹੜੀ ਗੱਲ ਹੈ, ਜਿਸ ਵੇਲੇ ਉਹ ਬੋਲਦੇ ਨੇ ਸਰੀਰ ਕਰਕੇ, ਉਦੋਂ ਵੀ ਬੜੀ ਮੁਸ਼ਕਲ ਆਉਂਦੀ ਹੈ। ਅਗਲਾ ਕਹਿੰਦਾ ਵੀ ਤੇਰੇ ਕੋਲ ਵੀ ਤਾਂ ਸਰੀਰ ਹੈਗਾ, ਵੀ ਤੂੰ ਸਾਨੂੰ ਕਹੀ ਜਾਂਦਾ। ਪਰ ਹੁਣ ਕਿਵੇਂ ਸਮਝਾਵੇ ਉਹ? ਤੇ ਉਹ ਸਮਝਾਉਂਦਾ ਬਹੁਤ ਆ, ਪਰ ਸਮਝ ਚ ਫੇਰ ਵੀ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਮੇਰੇ ਮਨ, ਅੱਜ ਤੇਰੇ ਕੋਲ ਗੁਰਬਾਣੀ ਹੈ, ਗੁਰਬਾਣੀ ਤੈਨੂੰ ਬਾਰ-ਬਾਰ ਸਮਝਾਉਂਦੀ ਹੈ, ਸਮਝ ਤੇਰੇ ਤਾਂ ਹੀ ਨਹੀਂ ਆਉਂਦੀ। ਇਹਨੂੰ ਸਮਝਣਾ ਹੀ ਪੈਣਾ, ਇਹਨੂੰ ਭਰੋਸਾ ਕਰਨਾ ਹੀ ਪੈਣਾ, ਇਹ ਤੇ ਵਿਸ਼ਵਾਸ ਕਰਕੇ ਖੁਦ ਮੰਨਣਾ ਪੈਣਾ। ਜਦੋਂ ਤੂੰ ਮਨ ਆਪ ਸਵੈਮ ਮੰਨੇਗਾ ਵੀ ਵਾਕਈ ਜੋ ਗੁਰਬਾਣੀ ਨੇ ਲਿਖਿਆ ਹੋਇਆ ਸੱਚ ਹੈ, ਇਹ ਤੇ ਭਰੋਸਾ ਕਰੇਗਾ, ਫਿਰ ਤੈਨੂੰ ਸੋਝੀ ਆਊ ਕਿ ਜੀ ਕੀ ਹੁੰਦਾ, ਜਾਤ ਕੀ ਹੁੰਦੀ ਹੈ, ਰੰਗ ਕੀ ਨੇ, ਨਾਮ ਕੀ ਹੈ, ਕਿਵੇਂ ਇਹ ਜੋਤਾਂ ਸਰੀਰ ਧਾਰਦੀਆਂ ਨੇ, ਇਹਨਾਂ ਜੋਤਾਂ ਚੋਂ ਕਿਵੇਂ ਜਿਹੜੀਆਂ ਸਰੀਰ ਧਾਰ ਕੇ ਭਾਵ ਸਾਗਰ ਚੋਂ ਪਾਰ ਚਲੇ ਗਈਆਂ, ਉਹ ਕਿੱਥੇ ਰਹਿੰਦੀਆਂ ਨੇ, ਤੂੰ ਕਿੱਥੇ ਜਾਣਾ, ਤੂੰ ਕਿੱਥੋਂ ਆਇਆ, ਸਾਰੀ ਸੋਝੀ ਤਾਂ ਆਵੇਗੀ ਜਦੋਂ ਤੂੰ ਜੀ ਨੂੰ ਜਾਣ ਲਵੇਂਗਾ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅੱਗੇ ਜੋ ਗੁਰ ਦੀ ਕਿਰਪਾ ਹੋਵੇਗੀ ਉਸ ਤਰ੍ਹਾਂ ਹੋਵੇਗਾ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ